ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ ਅੱਜ ਦੇ ਐਪੀਸੋਡ ਵਿੱਚ ਸਾਡੇ ਸਾਰੇ ਵਿਊਅਰਸ ਦਾ ਸਵਾਗਤ ਹੈ। ਵਰਲਡ ਫਿਲਾਸਫਰਸ ਦਾ ਇਹ ਕਹਿਣਾ ਹੈ ਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਦੁਨੀਆ ਨੂੰ ਕਹਿਣ ਲਈ ਕੋਈ ਇੱਕ ਨਵੇਕਲੀ ਵੱਖਰੀ ਐਕਸਕਲੂਸਿਵ ਗੱਲ ਹੈ, ਪਰ ਸਾਡੇ ਸਤਿਕਾਰਯੋਗ ਪ੍ਰਚਾਰਕਾਂ ਨੇ ਇਸ ਦੀ ਸ਼ਾਇਦ ਉਸ ਵਿਲੱਖਣ ਭਾਵਨਾ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਤੇ ਆਮ ਤੌਰ ਤੇ ਬਾਣੀ ਦੇ ਵਿੱਚ ਆਏ ਲੋਕ ਪਰਲੋਕ, ਜਨਮ ਮਰਨ, ਮੱਥੇ ਲਿਖੇ ਭਾਗ, ਇਹਨਾਂ ਦੀ ਪੁਰਾਣੀਆਂ ਮਨੋਤਾਂ ਅਨੁਸਾਰ ਹੀ ਵਿਆਖਿਆ ਕਰੀ ਚਲੇ ਜਾਂਦੇ ਹਨ। ਸੋਚਣ ਦੀ ਲੋੜ ਹੈ, ਨਵੀਆਂ ਰਿਸਰਚਿਸ ਹੋਈਆਂ ਹਨ। ਮੱਥੇ ਲਿਖੇ ਭਾਗ ਮਨੁੱਖ ਦੇ ਇਸੀ ਜੀਵਨ ਵਿੱਚ ਕੀਤੇ ਕਰਮ, ਲੋਕ ਪਰਲੋਕ, ਇੱਥੇ ਹੀ ਜਦੋਂ ਮਨੁੱਖ ਰੱਬੀ ਗੁਣਾਂ ਦੇ ਨਾਲ ਜੀਂਦਾ ਹੈ ਤਾਂ ਉਹ ਪਰਲੋਕ ਵਿੱਚ ਵਸਦਾ ਹੈ। ਅੱਗੇ ਪਰਲੋਕ ਹੈ ਜਾਂ ਨਹੀਂ ਹੈ, ਅਕਾਲ ਪੁਰਖ ਦੀ ਬੇਅੰਤਤਾ ਬਾਰੇ ਥਾਂ ਥਾਂ ਗੁਰਬਾਣੀ ਪ੍ਰਗਟਾ ਰਹੀ ਹੈ ਕਿ ਉਹਦੀ ਬੇਅੰਤਤਾ ਬਾਰੇ ਮਨੁੱਖ ਨਹੀਂ ਜਾਣ ਸਕਦਾ। ਇੱਥੇ ਦੇ ਲੋਕ ਪਰਲੋਕ ਨੂੰ ਵਿਚਾਰੀਏ, ਇੱਥੇ ਆਪਣੇ ਮਨ ਨੂੰ, ਆਪਣੇ ਥਾਟ ਪ੍ਰੋਸੈਸ ਨੂੰ ਗੁਰੂ ਦੇ ਵਿਚਾਰਾਂ ਦੇ ਨਾਲ, ਗੁਰਬਾਣੀ ਦੇ ਨਾਲ ਜੋੜ ਕੇ ਆਪਣਾ ਜੀਵਨ ਇੱਥੇ ਹੀ ਸਫਲ ਬਣਾਈਏ ਤੇ ਅੱਗੇ ਸਵਰਗ ਨਰਕ ਨਾ ਭਾਲੀਏ। ਇੱਥੇ ਹੀ ਇਸੀ ਮਨੁੱਖਤਾ ਦੇ ਨਾਲ ਵਿਚਰਦਿਆਂ ਹੋਇਆਂ ਇਸ ਧਰਤੀ ਨੂੰ ਵੀ ਸਵਰਗ ਬਣਾਈਏ। ਤਾਂ ਹੀ ਉਹ ਵਰਲਡ ਫਿਲਾਸਫਰਸ ਨੇ ਜਿਹੜੇ ਬਾਰੇ ਗੁਰਬਾਣੀ ਬਾਰੇ ਵਿਚਾਰ ਦਿੱਤੇ ਹਨ, ਵਿਚਾਰ ਕੇ ਗੁਰਬਾਣੀ ਨੂੰ ਸਮਝ ਕੇ ਕਿ ਦੁਨੀਆ ਦੇ ਵਿੱਚ ਅਗਰ ਕੋਈ ਨਵੇਕਲੀ ਗੱਲ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਤੇ ਸਾਨੂੰ ਇਸੀ ਲੀਕ ਤੇ ਪ੍ਰਚਾਰਨ ਦੀ ਲੋੜ ਹੈ। ਸੋ ਆਓ ਇਹਨਾਂ ਹੀ ਐਫਰਟਸ ਨੂੰ ਜਾਰੀ ਰੱਖਦੇ ਹੋਏ ਅਸੀਂ ਅੱਜ ਦੇ ਆਪਣੇ ਅਗਲੇ ਕੰਟੈਸਟੈਂਟ ਸਰਦਾਰਨੀ ਦਵਿੰਦਰ ਕੌਰ ਜੀ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਸਾਡੇ ਨਾਲ ਇਸ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਰਦਾਰਨੀ ਦਵਿੰਦਰ ਕੌਰ ਜੀ, ਆਪ ਜੀ। ਥੈਂਕ ਯੂ ਜੀ। ਅਸੀਂ ਸਰਦਾਰਨੀ ਦਵਿੰਦਰ ਕੌਰ ਜੀ ਨੂੰ ਹੌਟ ਸੀਟ ਤੇ ਜੀ ਆਇਆਂ ਕਹਿੰਦੇ ਹਾਂ। ਥੈਂਕ ਯੂ ਜੀ। ਸੋ ਆਪ ਜੀ ਲਈ ਇਹ ਕੰਪੀਟੀਸ਼ਨ ਅਸੀਂ ਆਰੰਭ ਕਰਨਾ ਚਾਹੁੰਦੇ ਹਾਂ, ਪਰ ਇਸ ਤੋਂ ਪਹਿਲੇ ਜਾਣਨਾ ਚਾਹਾਂਗੇ ਕਿ ਆਪ ਜੀ ਕੀ ਪ੍ਰੋਫੈਸ਼ਨ ਵਿੱਚ ਹੋ, ਕਿਸ ਪ੍ਰੋਫੈਸ਼ਨ ਵਿੱਚ ਹੋ ਆਪ ਜੀ? ਜੀ ਮੈਂ ਇੱਕ ਹਾਊਸ ਵਾਈਫ ਹੋਣ ਦੇ ਨਾਲ ਇੱਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਵਰਕਿੰਗ ਆ ਤੇ ਮੈਂ ਆਪਣੇ ਫ੍ਰੀ ਹੋ ਕੇ ਕੁਝ ਐਵੇਂ ਦਾ ਕੰਮ ਵੀ ਕਰਦੀ ਹਾਂ ਜਿਹਦੇ ਨਾਲ ਮੈਂ ਥੋੜਾ ਬਿਜ਼ੀ ਰਵਾਂ। ਵੈਰੀ ਜੀ, ਬਹੁਤ ਅੱਛਾ ਜੀ। ਸੋ ਆਪ ਜੀ ਨਾਲ ਅਸੀਂ ਕੰਪੀਟੀਸ਼ਨ ਆਰੰਭ ਕਰਨੇ ਜਾ ਰਹੇ ਹਾਂ ਜੀ। ਉਸ ਤੋਂ ਪਹਿਲੇ ਇਹਦੇ ਰੂਲਸ ਜਿਹੜੇ ਨੇ ਇੱਕ ਵਾਰੀ ਸ਼ਾਰਟ ਵਿੱਚ ਆਪ ਜੀ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਜੀ ਕਿ ਲੈਵਲ 3 ਤੱਕ ਆਪ ਨੂੰ 13 ਕੁਐਸਚਨ ਟੋਟਲ ਆਣਗੇ, 5 ਐਂਡ ਦੈਨ ਲਾਸਟ ਲੈਵਲ ਵਿੱਚ 3। ਤੁਹਾਡੇ ਕੋਲ 2 ਲਾਈਫਲਾਈਨ ਹੋਣਗੀਆਂ, ਟੋਟਲ 3 ਲਾਈਫਲਾਈਨ ਚੋਂ 2 ਲਾਈਫਲਾਈਨ ਆਪ ਜੀ ਯੂਜ਼ ਕਰ ਸਕਦੇ ਹੋ। 50-50 ਫਲਿਪ ਦਾ ਕੁਐਸਚਨ ਐਂਡ ਐਕਸਪਰਟ ਐਡਵਾਈਸ। ਸੋ ਅਗਰ ਆਪ ਜੀ ਦੀ ਇਜਾਜ਼ਤ ਹੋਵੇ ਤਾਂ ਅਸੀਂ ਇਹ ਕੰਪੀਟੀਸ਼ਨ ਆਰੰਭ ਕਰੀਏ। ਜੀ ਜ਼ਰੂਰ। ਠੀਕ ਜੀਓ। ਸੋ ਪਹਿਲਾ ਕੁਐਸਚਨ ਹੁਣ ਤੁਹਾਡੀ ਸਕਰੀਨ ਤੇ ਤੁਹਾਡੇ ਸਾਹਮਣੇ ਆ ਰਿਹਾ। Which of the following trait is not of ਗੁਰੂ ਨਾਨਕ ਦੇਵ ਜੀ? ਹੇਠ ਲਿਖਿਆਂ ਵਿੱਚੋਂ ਕਿਹੜਾ ਟ੍ਰੇਟ, ਕਿਹੜੀ ਸਿਫਤ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਨਹੀਂ ਹੈ? A. social reformer, B. rational thinker, C. preacher or D. egoistic? ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੇਠ ਲਿਖਿਆਂ ਵਿੱਚੋਂ ਨਹੀਂ ਟ੍ਰੇਟ ਸੂਟ ਕਰਦਾ। ਜੀ ਮੈਂ ਡੀ ਆਪਸ਼ਨ ਦੇ ਨਾਲ ਜਾਣਾ ਚਾਹਾਂਗੀ, ਈਗੋਇਸਟਿਕ। ਈਗੋਇਸਟਿਕ ਜੀ ਫਾਈਨਲ ਆਨਸਰ ਹੈ ਆਪ ਜੀ ਦਾ। ਸੋ ਕੰਪਿਊਟਰ ਜੀ ਪਲੀਜ਼ ਡੀ ਆਪਸ਼ਨ ਨੂੰ ਲੌਕ ਕਰਕੇ ਸਾਨੂੰ ਦੱਸੋ ਕਿ ਇਹ ਠੀਕ ਜਵਾਬ ਹੈ ਜਾਂ ਨਹੀਂ। ਇਹ ਬਿਲਕੁਲ ਠੀਕ ਜਵਾਬ ਹੈ ਜੀ, ਬਿਲਕੁਲ ਠੀਕ ਜੀ। ਸੋ ਸੋਸ਼ਲ ਰਿਫਾਰਮਰ ਸਨ ਗੁਰੂ ਨਾਨਕ ਸਾਹਿਬ, ਰੈਸ਼ਨਲ ਥਿੰਕਰ ਸਨ, ਪ੍ਰੀਚਰ ਸਨ, ਪਰ ਈਗੋਇਸਟਿਕ ਨਹੀਂ ਸਨ। ਠੀਕ ਜੀ। ਸੋ ਅਸੀਂ ਕੁਐਸਚਨ 2 ਵੱਲੋਂ ਮੂਵ ਕਰ ਰਹੇ ਹਾਂ ਜਿਹੜਾ ਹੁਣ ਆਪ ਜੀ ਦੇ ਸਕਰੀਨ ਤੇ ਆ ਰਿਹਾ। ਅਕੋਰਡਿੰਗ ਟੂ ਗੁਰਬਾਣੀ who is the most beautiful person? ਗੁਰਬਾਣੀ ਅਨੁਸਾਰ ਸਭ ਤੋਂ ਸੁੰਦਰ ਇਨਸਾਨ ਕਿਹੜਾ ਹੈ? ਆਪ ਜੀ ਦੇ ਆਪਸ਼ਨ A.
someone wearing branded clothes, B, someone with healthy and attractive looking body, C, someone with godly virtues, or D, someone who is fair and young? ਜੀ ਜਾਂ- ਮੈਂ ਆਪਸ਼ਨ ਸੀ ਨਾਲ ਜਾਣਾ ਚਾਹਾਂਗੀ, ਸਮਵਨ ਵਿਦ ਗੋਡਲੀ ਵਰਚੂਸ। Someone with godly virtues, C option ਨਾਲ। ਜੀ D ਨਾਲ ਵੀ ਆਪ ਜੀ ਨਹੀਂ ਜਾਣਾ ਚਾਹੁੰਦੇ, ਜੀ ਜਿਹੜਾ ਨਹੀਂ। ਫੇਅਰ ਐਂਡ ਯੰਗ ਲੁਕਿੰਗ ਹੋਏ। ਜੀ ਸੋ ਅਸੀਂ C ਆਪਸ਼ਨ ਨੂੰ ਲੌਕ ਕਰੀਏ ਜੀ। ਜੀ ਬਿਲਕੁਲ। ਸੋ ਕੰਪਿਊਟਰ ਜੀ C ਆਪਸ਼ਨ ਨੂੰ ਲੌਕ ਕੀਤਾ ਜਾਵੇ ਔਰ ਸਾਨੂੰ ਦੱਸਿਆ ਜਾਵੇ ਕਿ ਠੀਕ ਜਵਾਬ ਹੈ ਜਾਂ ਨਹੀਂ। ਇਹ ਬਿਲਕੁਲ ਠੀਕ ਜਵਾਬ ਆ ਗਿਆ ਜੀ। ਥੈਂਕ ਯੂ। ਬਹੁਤ ਅੱਛੇ ਜੀ, ਬਹੁਤ ਅੱਛੇ। ਆਪ ਜੀ ਨੇ ਬਿਲਕੁਲ ਠੀਕ ਸਿਲੈਕਸ਼ਨ ਕੀਤੀ ਹੈ। ਸੋ ਅਸੀਂ ਕੁਐਸਚਨ 3 ਵੱਲ ਅੱਗੇ ਵਧ ਰਹੇ ਹਾਂ ਜੀ। Question 3 is now on your screen. What is the meaning of Amul as mentioned in Japji Sahib? Japji Sahib ਵਿੱਚ ਜਿਹੜਾ ਅਮੁੱਲ ਲਫ਼ਜ਼ ਆਇਆ ਹੈ ਉਹਦਾ ਕੀ ਮਾਇਨਾ ਹੈ, ਕੀ ਮੀਨਿੰਗ ਹੈ? ਤੁਹਾਡੇ ਆਪਸ਼ਨਸ A priceless, B meaningless, C God's messenger ਜਾਂ D love? ਜੀ ਮੈਂ ਇੱਥੇ ਆਪਸ਼ਨ ਏ ਦੇ ਨਾਲ ਜਾਣਾ ਚਾਹਾਂਗੀ, ਪ੍ਰਾਈਜ਼ਲੈਸ। ਅਮੁੱਲ ਦਾ ਮਤਲਬ ਜੀ ਪ੍ਰਾਈਸਲੈਸ, ਜੀ ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਜਿਹਦਾ ਮੁੱਲ ਨਹੀਂ ਪਾਇਆ ਜੀ। ਜਾ ਸਕਦਾ। ਸੋ ਆਪ ਜੀ ਸੋਚਦੇ ਰਹੇ ਹੋ ਕਿ ਇਹ ਆਪਸ਼ਨ ਠੀਕ ਹੈ। ਜੀ ਸੋ ਇਹ ਆਪਸ਼ਨ ਨੂੰ ਕੰਪਿਊਟਰ ਜੀ ਲੌਕ ਕਰਕੇ ਸਾਨੂੰ ਦੱਸੋ। ਇਹ ਬਿਲਕੁਲ ਠੀਕ ਜਵਾਬ ਹੈ ਜੀ, ਬਿਲਕੁਲ ਠੀਕ ਜੀ, ਬਹੁਤ ਅੱਛੇ ਜੀ। Thank you ਤੁਸੀਂ ਜੀ। ਤਿੰਨੋਂ ਕੁਐਸਚਨਸ ਦੇ ਬੜੇ ਕੌਨਫੀਡੈਂਟਲੀ ਰਿਪਲਾਈ ਦਿੱਤੇ ਹਨ, ਸਾਨੂੰ ਬੜਾ ਅੱਛਾ ਲੱਗਿਆ ਹੈ। ਸੋ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਵਾਹ ਜੀ। ਜੀ ਸੋ ਬਾਣੀ ਸਾਨੂੰ ਸੇਧ ਦੇ ਰਹੀ ਹੈ ਕਿ ਮਾਲਕ ਦੇ ਜਿਹੜੇ ਗੁਣ ਹਨ, ਜਿਹੜੇ ਮਨੁੱਖ ਨੇ ਧਾਰਨ ਕਰਨੇ ਹਨ, ਜੀ ਉਹ ਪ੍ਰਾਈਸਲੈਸ ਹਨ। ਹੋਰ ਕਿਸੇ ਵੀ ਚੀਜ਼ ਦੀ ਪ੍ਰਾਈਸ ਮਿੱਥੀ ਜਾ ਸਕਦੀ ਹੈ, ਪਰ ਇਹਨਾਂ ਪਰ ਗੁਣਾਂ ਦੀ ਨਹੀਂ। ਇਹਨਾਂ ਗੁਣਾਂ ਦੀ ਨਹੀਂ। ਜੀ ਸੋ ਇਹ ਬੜੇ ਹੀ ਕੀਮਤੀ ਗੁਣ ਹਨ, ਇਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਸਾਨੂੰ ਇਹ ਹਮੇਸ਼ਾ ਅਪਣਾਉਣੇ ਜੀਵਨ ਵਿੱਚ ਚਾਹੀਦੇ ਹਨ। ਸੋ ਕੁਐਸਚਨ ਨੰਬਰ 4 ਵੱਲ ਅਸੀਂ ਅੱਗੇ ਵਧ ਰਹੇ ਹਾਂ। ਆਈਡੈਂਟੀਫਾਈ ਦੀ ਪੌੜੀ ਨੰਬਰ ਫਰੋਮ ਜਪਜੀ ਸਾਹਿਬ। ਇੱਕ ਆਡੀਓ ਕੁਐਸਚਨ, ਇੱਕ ਆਡੀਓ ਕਲਿੱਪ ਆਪ ਜੀ ਦੇ ਸਾਹਮਣੇ ਆਏਗੀ। ਆਪ ਜੀ ਨੇ ਉਹ ਸੁਣ ਕੇ ਦਿੱਤੇ ਗਏ ਆਪਸ਼ਨਸ ਦੇ ਵਿੱਚੋਂ ਸਿਲੈਕਟ ਕਰਨਾ ਹੈਗਾ। ਅੰਤ ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾ। ਹੁਣ ਆਪਸ਼ਨਸ ਆਪ ਜੀ ਦੇ ਸਾਹਮਣੇ A 24, B 25, C 26, D 27। 24ਵੀਂ, 25ਵੀਂ, 26ਵੀਂ ਜਾਂ 27ਵੀਂ ਪੌੜੀ ਚੋਂ ਇਹ ਕਿਹੜੀ ਪੌੜੀ ਸੀ, ਆਪ ਜੀ ਨੇ ਦੱਸਣਾ ਹੈ। ਆਪ ਜੀ ਪਾਸ 2 ਲਾਈਫ ਲਾਈਨ ਹਨ। ਚੌਥੇ ਕੁਐਸਚਨ ਤੇ ਆਪ ਜੀ ਪੁੱਛ ਚੁੱਕੇ ਹੋ। ਅਸੀਂ ਵਿਸ਼ ਕਰਦੇ ਹਾਂ ਕਿ ਅੱਜ ਇੱਥੇ ਆਪ ਜੀ ਪੂਰੇ ਕੁਐਸਚਨਸ ਦੇ ਜਵਾਬ ਦੇ ਕੇ ਜਾਓ। ਸੋ ਕਿਸੇ ਵੇਲੇ ਵੀ ਆਪ ਜੀ ਮਨ ਵਿੱਚ ਭਰਮ ਹੋਏ, ਜੀ ਮੈਂ ਐਕਸਪਰਟ ਐਡਵਾਈਸ ਦੇ ਨਾਲ ਜਾਣਾ ਚਾਹਾਂਗੀ। ਐਕਸਪਰਟ ਐਡਵਾਈਸ ਦੇ ਨਾਲ ਜਾਣਾ ਚਾਹੁੰਦੇ ਜੀ। ਹੋ। ਸੋ ਸਰਦਾਰਨੀ ਦਵਿੰਦਰ ਕੌਰ ਜੀ ਇਸ ਕੁਐਸਚਨ ਤੇ ਆ ਕੇ ਰੁਕ ਗਏ ਹਨ ਔਰ ਐਕਸਪਰਟ ਐਡਵਾਈਸ ਲੈਣਾ ਚਾਹੁੰਦੇ ਹਨ। ਅੱਜ ਸਾਡੇ ਕੋਲ ਐਕਸਪਰਟ ਐਡਵਾਈਸ ਲਈ ਸਰਦਾਰਨੀ ਪਰਮਜੀਤ ਕੌਰ ਜੀ, ਜਿਹੜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਇੱਕ ਸੀਨੀਅਰ ਟੀਚਰ ਦੀਆਂ ਸੇਵਾ ਨਿਭਾ ਰਹੇ ਹਨ, ਉਹ ਸਾਡੇ ਨਾਲ ਜੁੜ ਰਹੇ ਹਨ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਕੁਐਸਚਨ ਦਾ ਠੀਕ ਜਵਾਬ ਦੇ ਕੇ ਸਰਦਾਰਨੀ ਦਵਿੰਦਰ ਕੌਰ ਜੀ ਨੂੰ ਗੇਮ ਵਿੱਚ ਅੱਗੇ ਵਧਾਉਣ। ਸੋ ਆਪ ਜੀ ਨੂੰ ਸਿਨੇਮਰ ਬੇਨਤੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਦਵਿੰਦਰ ਕੌਰ ਜੀ, ਸਭ ਤੋਂ ਪਹਿਲੇ ਮੈਂ ਆਪ ਜੀ ਨੂੰ ਇਸ ਹੌਟ ਸੀਟ ਤੱਕ ਪਹੁੰਚਣ ਦੀ ਬਹੁਤ ਮੁਬਾਰਕਬਾਦ ਦਿੰਦੀ ਹਾਂ। ਆਪ ਜੀ ਦਾ ਕੁਐਸਚਨ, ਉਹਦੀ ਕਰੈਕਟ ਆਪਸ਼ਨ ਹੈ ਆਪਸ਼ਨ A। ਆਨਸਰ ਹੈ ਪੌੜੀ ਨੰਬਰ 24। ਇਹ ਕਰੈਕਟ ਆਪਸ਼ਨ ਹੈ। ਆਪ ਜੀ ਇਸ ਆਪਸ਼ਨ ਦੇ ਨਾਲ ਚੱਲੋ। ਸੋ ਸਰਦਾਰਨੀ ਪਰਮਜੀਤ ਕੌਰ ਜੀ ਨੇ ਸਾਨੂੰ ਇਹ ਆਪਸ਼ਨ ਦੇ ਨਾਲ ਜਾਣ ਲਈ ਐਡਵਾਈਸ ਦਿੱਤੀ ਹੈ। ਆਪ ਜੀ ਕੀ ਇਸ ਐਡਵਾਈਸ ਨਾਲ ਸਹਿਮਤ ਹੋ? ਜੀ ਬਿਲਕੁਲ, ਮੈਂ ਉਹਨਾਂ ਨਾਲ ਹੀ ਜਾਣਾ ਚਾਹਾਂਗੀ। ਉਹਨਾਂ ਨਾਲ ਜਾਣਾ ਚਾਹੋਗੇ? ਜੀ ਸੋ ਇਹ ਆਪਸ਼ਨ ਨੂੰ ਲੌਕ ਕਰ ਦਈਏ। ਹਾਂਜੀ ਬਿਲਕੁਲ। ਸੋ ਕੰਪਿਊਟਰ ਜੀ ਪਲੀਜ਼ ਇਹ ਆਪਸ਼ਨ ਨੂੰ ਲੌਕ ਕਰੋ। ਸੋ ਅਸੀਂ ਇਸ ਕੁਐਸਚਨ ਦਾ ਠੀਕ ਜਵਾਬ ਜਾਣਦੇ ਹਾਂ। ਇੱਕ
ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕਿਰਪਾ ਕਰਕੇ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹੋ। ਅਸੀਂ ਜਲਦੀ ਹੀ ਆਪ ਜੀ ਦੇ ਨਾਲ ਫਿਰ ਜੁੜਦੇ ਹਾਂ। ਥੈਂਕ ਯੂ ਸੋ ਮਚ ਫॉर ਵਿਊਇੰਗ ਦ ਸ਼ੋ। ਬ੍ਰੇਕ ਤੇ ਜਾਣ ਤੋਂ ਪਹਿਲੇ ਸਰਦਾਰਨੀ ਦਵਿੰਦਰ ਕੌਰ ਜੀ ਨੇ ਆਡੀਓ ਕੁਐਸਚਨ ਦੇ ਲਈ ਐਕਸਪਰਟ ਐਡਵਾਈਸ ਲਈ ਸੀ। ਸਰਦਾਰਨੀ ਪਰਮਜੀਤ ਕੌਰ ਜੀ ਨੇ ਇਹਨਾਂ ਨੂੰ ਇਹ ਆਪਸ਼ਨ ਨਾਲ ਜਾਣਾ ਵਾਸਤੇ ਕਿਹਾ ਸੀ, ਜਿਸ ਲਈ ਦਵਿੰਦਰ ਕੌਰ ਜੀ ਐਗਰੀ ਕਰ ਗਏ ਔਰ ਇਹਨਾਂ ਨੇ ਇਹ ਆਪਸ਼ਨ ਨੂੰ ਲੌਕ ਕਰਾਇਆ। ਅਸੀਂ ਕੰਪਿਊਟਰ ਜੀ ਤੋਂ ਹੁਣ ਜਾਣਨਾ ਚਾਹਾਂਗੇ ਕਿ ਉਹਨਾਂ ਦਾ ਇਹ ਜਵਾਬ ਠੀਕ ਹੈ ਜਾਂ ਨਹੀਂ। ਇਹ ਬਿਲਕੁਲ ਠੀਕ ਜਵਾਬ ਹੈ ਜੀ, ਬਿਲकुल ठीक जी। थैंक यू जी। थैंक यू जी। ਸਰਦਾਰਨੀ ਪਰਮਜੀਤ ਕੌਰ ਜੀ, ਤੁਸੀਂ ਸਾਡੇ ਸ਼ੋਅ ਨਾਲ ਜੁੜੇ, ਥੈਂਕ ਯੂ ਸੋ ਮਚ। ਦਵਿੰਦਰ ਕੌਰ ਜੀ, ਮੈਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੀ ਹਾਂ ਕਿ ਆਪ ਜੀ ਇਸ ਕੰਪੀਟੀਸ਼ਨ ਵਿੱਚ ਜ਼ਰੂਰ ਜਿੱਤੋ ਔਰ ਅੱਗੇ ਵਧੋ। ਆਲ ਦ ਬੈਸਟ, ਗੋਡ ਬlesਸ ਯੂ। ਸੋ ਅਸੀਂ ਹੁਣ ਵਧ ਰਹੇ ਹਾਂ ਲੈਵਲ 1 ਦੇ ਲਾਸਟ ਕੁਐਸਚਨ ਵੱਲ। ਪੰਜਵਾਂ ਕੁਐਸਚਨ ਆਪ ਜੀ ਦੇ ਲਈ ਆਪ ਜੀ ਦੀ ਸਕਰੀਨ ਤੇ। ਵਿਚ ਸਿੱਖ ਗੁਰੂ ਨੈਵਰ ਵਿਜ਼ਿਟਡ ਅੰਮ੍ਰਿਤਸਰ? ਕਿਹੜੇ ਗੁਰੂ ਸਾਹਿਬ ਸਨ ਜਿਹੜੇ ਕਦੀ ਵੀ ਆਪਣੇ ਲਾਈਫ ਟਾਈਮ ਵਿੱਚ ਅੰਮ੍ਰਿਤਸਰ ਨਹੀਂ ਆਏ? ਆਪ ਜੀ ਦੇ ਆਪਸ਼ਨ A ਗੁਰੂ ਨਾਨਕ ਦੇਵ ਜੀ, B ਗੁਰੂ ਹਰਕ੍ਰਿਸ਼ਨ ਜੀ, C ਗੁਰੂ ਹਰ ਰਾਏ ਜੀ ਜਾਂ D ਗੁਰੂ ਗੋਬਿੰਦ ਸਿੰਘ ਜੀ। आप जी ने एक लाइफ लाइन यूज कर ली है। बैलेंस आप जी दी एक लाइफ लाइन है, जिदे ਲਈ भी आप जी पास दो ऑप्शन हैं, फ्लिप द क्वेश्चन और 50-50। दोनों लाइफ लाइन चो कोई एक आप यूज कर सकते हो। आप जी का टाइम निकल रहा है, कृपा करके जितनी जल्दी हो सके जी फ्लिप द क्वेश्चन। फ्लिप द क्वेश्चन जी। आप जी अपनी दूसरी लाइफ लाइन यूज करना चाहते ਲਾਈਫ ਲਾਈਨ ਯੂਜ਼ ਕਰਨਾ ਚਾਹੁੰਦੇ ਹੋ। ਕੰਪਿਊਟਰ ਜੀ ਪਲੀਜ਼ ਦਵਿੰਦਰ ਕੌਰ ਜੀ ਚਾਹੁੰਦੇ ਨੇ ਕਿ ਉਹਨਾਂ ਦੇ ਅੱਗੋਂ ਇਹ ਕੁਐਸਚਨ ਹਟਾ ਦਿੱਤਾ ਜਾਵੇ ਤੇ ਇਸੀ ਲੈਵਲ ਦਾ ਕੋਈ ਹੋਰ ਕੁਐਸਚਨ ਇਹਨਾਂ ਲਈ ਪੇਸ਼ ਕੀਤਾ ਜਾਵੇ। ਸੋ ਪਲੀਜ਼ ਕੰਪਿਊਟਰ ਜੀ ਇਹਨਾਂ ਨੂੰ ਇਹ ਲਾਈਫ ਲਾਈਨ ਅਵੇਲ ਕਰਨ ਦੀ ਇਜਾਜ਼ਤ ਦਿਓ। What was the relationship between ਭਾਈ ਸੱਤਾ and ਭਾਈ ਰਾਏ ਬਲਵੰਡ? ਭਾਈ ਸੱਤਾ ਜੀ ਤੇ ਭਾਈ ਰਾਏ ਬਲਵੰਡ ਵਿੱਚ ਕੀ ਰਿਸ਼ਤਾ ਸੀ? ਆਪ ਜੀ ਦੇ ਆਪਸ਼ਨਸ ਹੁਣ ਆਪ ਜੀ ਦੀ ਸਕਰੀਨ ਤੇ। A brother, B cousin, C father son ਜਾਂ D no relationship। जी मैं ऑप्शन A ਦੇ ਨਾਲ ਜਾਣਾ ਚਾਹਾਂਗੀ, ਬ੍ਰਦਰ। ਬ੍ਰਦਰਸ ਜੀ। ਇਹ ਦੋਨੋਂ ਬ੍ਰਦਰਸ ਭਰਾ ਸਨ, ਭਾਈ ਸੱਤਾ ਜੀ ਤੇ ਭਾਈ ਬਲਵੰਡਾ ਜੀ। ਠੀਕ ਜੀ। ਸੋ ਇਹ ਨੂੰ ਲੌਕ ਕਰ ਦਈਏ। ਹਾਂਜੀ ਲੌਕ ਕਰ ਦਿੱਤਾ। ਕੰਪਿਊਟਰ ਜੀ ਇਹ ਆਪਸ਼ਨ ਨੂੰ ਲੌਕ ਕੀਤਾ ਜਾਵੇ। ਆਪ ਜੀ ਨੇ ਇਹਦੇ ਬਾਰੇ ਕਿਧਰੇ ਪੜ੍ਹਿਆ ਹੈ? ਹਾਂਜੀ ਇਹ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਬਹੁਤ ਅੱਛੇ ਕੀਰਤਨੀਏ ਸੀਗੇ। ਅੱਛਾ ਜੀ। ਭਾਈ ਸੱਤਾ ਤੇ ਬਲਵੰਡਾ ਜੀ। ਅੱਛਾ ਜੀ। ਤੇ ਉੱਥੋਂ ਹੀ ਇਤਿਹਾਸ ਤੋਂ ਹੀ ਜਾਣਕਾਰੀ ਮਿਲੀ ਹੈ ਕਿ ਇਹ ਦੋਨੋਂ ਬਹੁਤ ਹੀ ਵਧੀਆ ਕੀਰਤਨੀਏ ਸੀਗੇ। ਵਾਹ ਜੀ। ਹਾਂਜੀ। ਔਰ ਇਹ ਦੋਨੋਂ ਭਰਾ ਸੀਗੇ। ਹਾਂਜੀ। ਆਪ ਜੀ ਇਹ ਕਹਿਣਾ ਚਾਹੁੰਦੇ ਜੀ। ਠੀਕ ਜੀ। ਹੋ ਦੇਖਦੇ ਹਾਂ ਕੰਪਿਊਟਰ ਜੀ ਆਪ ਜੀ ਦੇ ਇਸ ਜਵਾਬ ਨਾਲ ਸਹਿਮਤ ਹਨ ਜਾਂ ਨਹੀਂ। ਸੋ ਕੰਪਿਊਟਰ ਜੀ ਸਾਨੂੰ ਦੱਸੋ ਕਿ ਠੀਕ ਜਵਾਬ ਹੈ ਜਾਂ ਨਹੀਂ। ਐਂਡ ਇਟਸ ਦਾ ਕਰੈਕਟ ਆਨਸਰ। ਬਹੁਤ ਅੱਛੇ ਜੀ, ਬਹੁਤ ਅੱਛੇ, ਬਹੁਤ ਮੁਬਾਰਕਾਂ। ਆਪ ਜੀ ਨੇ ਦੋਨੋਂ ਲਾਈਫ ਲਾਈਨ ਤਾਂ ਯੂਜ਼ ਕਰ ਲਈਆਂ ਪਰ ਲੈਵਲ 1 ਸਕਸੈਸਫੁਲੀ ਕ੍ਰਾਸ ਕਰ ਲਿਆ। ਆਪ ਜੀ ਇੱਕ ਸਪੈਸ਼ਲ ਪ੍ਰਾਈਜ਼ ਦੇ ਹਕਦਾਰ ਹੋ ਗਏ ਹੋ। ਸੋ ਅਗਰ ਆਪ ਜੀ ਦੀ ਪਰਮਿਸ਼ਨ ਹੋਏ ਤਾਂ ਵੀ ਕੈਨ ਮੂਵ ਟੂ ਨੈਕਸਟ ਲੈਵਲ। ਜੀ ਜ਼ਰੂਰ। ਸੋ ਕੰਪਿਊਟਰ ਜੀ ਸਰਦਾਰਨੀ ਦਵਿੰਦਰ ਕੌਰ ਜੀ ਲਈ 6ਵਾਂ ਕੁਐਸਚਨ ਉਹਨਾਂ ਦੀ ਸਕਰੀਨ ਤੇ ਲਿਆਂਦਾ ਜਾਵੇ। Who caused the Ghazis to say ਤੋਬਾ ਤੋਬਾ, ਖੁਦਾ ਖੁਦ, ਖਾਲਸਾ ਸ਼ੁੱਧ? ਗਾਜ਼ੀਜ਼ ਨੂੰ ਜਿਨ੍ਹਾਂ ਨੇ ਭਾਰਤ ਤੇ ਅਟੈਕ ਕੀਤੇ, ਉਹਨਾਂ ਨੂੰ ਇਹ ਲਫ਼ਜ਼ ਕਿਉਂ ਕਹਿਣੇ ਪਏ? ਤੋਬਾ ਤੋਬਾ, ਖੁਦਾ ਖੁਦ, ਖਾਲਸਾ ਸ਼ੁੱਧ।
ਆਪ ਜੀ ਦੇ ਆਪਸ਼ਨਸ ਹੁਣ ਆਪ ਜੀ ਦੀ ਸਕਰੀਨ ਤੇ। A ਹਰੀ ਸਿੰਘ ਨਲਵਾ, B ਮਹਾਰਾਜਾ ਰਣਜੀਤ ਸਿੰਘ, C ਸ਼ਾਮ ਸਿੰਘ ਅਟਾਰੀ ਜਾਂ D ਅਕਾਲੀ ਫੂਲਾ ਸਿੰਘ। ਇਹਨਾਂ ਚੋਂ ਕਿਸ ਨੇ ਉਹਨਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ? ਹਾਂਜੀ, ਆਪ ਜੀ ਕਿਹੜੇ ਆਪਸ਼ਨ ਨਾਲ ਜਾਣਾ ਚਾਹੋਗੇ? ਆਪ ਜੀ ਦੀ ਲਾਈਫ ਲਾਈਨ ਖਤਮ ਹੋ ਚੁੱਕੀਆਂ ਹਨ। ਆਪ ਜੀ ਨੇ ਆਪਣੀ ਸਟੱਡੀਜ਼, ਆਪਣੀ ਮੈਮੋਰੀਜ਼ ਨੂੰ ਰੀਕਲੈਕਟ ਕਰਕੇ ਜਵਾਬ ਦੇਣਾ ਮੈਂ ਹੈ। ਆਪਸ਼ਨ ਏ ਹਰੀ ਸਿੰਘ ਨਲਵਾ ਨਾਲ ਜਾਣਾ ਚਾਹੁੰਦੀ ਹਾਂ। ਆਪਸ਼ਨ ਏ ਨਾਲ ਜਾਣਾ ਚਾਹੁੰਦੇ ਹੋ। ਆਪ ਜੀ ਦਾ ਸਮਾਂ ਖਤਮ ਹੋ ਰਿਹਾ ਹੈ। ਮੇਰੇ ਕੋਲ ਹੋਰ ਕੋਈ ਆਲਟਰਨੇਟਿਵ ਨਹੀਂ ਐਂਡ ਆਈ ਹੈਵ ਟੂ ਲੌਕ ਆਪਸ਼ਨ ਏ। ਜੀ ਸੋ ਕੰਪਿਊਟਰ ਜੀ ਪਲੀਜ਼ ਇਹ ਆਪਸ਼ਨ ਨੂੰ ਲੌਕ ਕਰਕੇ ਸਰਦਾਰਨੀ ਦਵਿੰਦਰ ਕੌਰ ਜੀ ਦੇ ਇਸ ਆਨਸਰ ਦਾ ਰਿਜ਼ਲਟ ਦੱਸਿਆ ਜਾਵੇ। ਡੀ ਆਨਸਰ ਠੀਕ ਸੀ ਜੀ, ਅਕਾਲੀ ਫੂਲਾ ਸਿੰਘ। ਅਕਾਲੀ ਫੂਲਾ ਸਿੰਘ ਜੀ ਦੇ ਤੇਗ ਦੇ ਵਾਰਾਂ ਨੂੰ, ਉਹਨਾਂ ਦੀ ਮਾਰਸ਼ਲ ਆਰਟ ਨੂੰ ਦੇਖ ਕੇ ਗਾਜ਼ੀ ਨੂੰ ਇਹ ਲਫ਼ਜ਼ ਕਹਿਣਾ ਪਿਆ, ਤੋਬਾ ਤੋਬਾ ਖੁਦਾ ਖੁਦ ਖਾਲਸਾ ਸ਼ੁੱਧ। ਉਹਨਾਂ ਦੀ ਜੀਵਨ ਸ਼ੈਲੀ, ਉਹਨਾਂ ਦਾ ਗੁਰੂ ਨਾਲ ਪਿਆਰ ਤੇ ਉਹਨਾਂ ਦੀ ਜਿਹੜੀ ਬਹਾਦਰੀ ਸੀ, ਉਹਨਾਂ ਨੇ ਗਾਜ਼ੀਜ਼ ਨੂੰ ਇਹ ਕਹਿਣ ਲਈ ਮਜਬੂਰ ਕੀਤਾ। ਸਰਦਾਰਨੀ ਦਵਿੰਦਰ ਕੌਰ ਜੀ, ਆਪ ਜੀ ਸਾਡੇ ਸ਼ੋਅ ਵਿੱਚ ਆਏ। ਆਪ ਜੀ ਨੇ ਲੈਵਲ 1 ਦਾ ਪ੍ਰਾਈਜ਼ ਜਿੱਤਿਆ, ਸਾਨੂੰ ਬਹੁਤ ਖੁਸ਼ੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੂੰ ਪ੍ਰਾਈਜ਼ ਦੇਣ ਲਈ ਮੈਂ ਸਰਦਾਰ ਗੁਰਮੀਤ ਸਿੰਘ ਜੀ, ਯਮਨਾ ਪਾਰ ਗੁਰੂ ਨਾਨਕ ਸਿੱਖ ਸੁਸਾਇਟੀ ਨੂੰ ਇਨਵਾਈਟ ਕਰ ਰਿਹਾ ਹਾਂ। ਉਹ ਆਪ ਜੀ ਨੂੰ ਇਸ ਸਨਮਾਨ ਦੇ ਨਾਲ ਸੁਸ਼ੋਭਿਤ ਕਰਨਗੇ। ਆਪ ਜੀ ਨੇ ਵਾਚ ਕੀਤਾ ਕਿ ਸਰਦਾਰਨੀ ਦਵਿੰਦਰ ਕੌਰ ਜੀ ਇੱਕ ਕੁਐਸਚਨ ਤੇ ਆ ਕੇ ਰੁਕ ਗਏ ਔਰ ਕੇਵਲ ਲੈਵਲ 1 ਦਾ ਪ੍ਰਾਈਜ਼ ਹੀ ਵਿਨ ਕਰ ਸਕੇ। ਫਿਰ ਵੀ ਉਹ ਆਪਣੇ ਇਸ ਐਫਰਟ ਨੂੰ ਲਗਾਤਾਰ ਜਾਰੀ ਰੱਖਣਗੇ। ਇਸ ਉਮੀਦ ਦੇ ਨਾਲ ਅਸੀਂ ਆਪਣੇ ਅਗਲੇ ਕੰਟੈਸਟੈਂਟ ਨੂੰ ਲੈ ਕੇ ਜਲਦੀ ਹੀ ਹਾਜ਼ਰ ਹੁੰਦੇ ਹਾਂ। ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਨਾਲ ਬਣੇ ਰਹੋ। ਥੈਂਕ ਯੂ ਸੋ ਮਚ। ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਆਪ ਜੀ ਨੂੰ ਫਿਰ ਤੋਂ ਜੀ ਆਇਆਂ ਕਹਿੰਦੇ ਹਾਂ। ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਨੂੰ ਨਿਰੰਤਰਤਾ ਰੱਖਣ ਲਈ ਸਾਡਾ ਇੱਕੋ ਉਦੇਸ਼ ਸੀ ਕਿ ਅੱਜ ਟੈਕਨੋਲੋਜੀ ਦਾ ਯੁੱਗ ਹੈ, ਮੀਡੀਆ ਦਾ ਯੁੱਗ ਹੈ ਔਰ ਮੀਡੀਆ ਦੇ ਵਿੱਚ ਇੰਟਰਨੈਟ ਇਹਦੇ ਨਾਲ ਜੁੜਿਆ ਹੋਇਆ ਇੱਕ ਬੜਾ ਵੱਡਾ ਕਾਰਨ ਹੈ। ਸਾਨੂੰ ਚਾਹੀਦਾ ਹੈ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਇੰਟਰਨੈਟ ਦੇ ਰਾਹੀਂ ਔਰ ਇਸ ਟੈਕਨੋਲੋਜੀ ਦੇ ਰਾਹੀਂ ਬਹੁਤ ਸਾਰੇ ਗੁਰਸਿੱਖ ਵੀਰ ਭੈਣ ਆਪਣੇ ਆਪ ਨੂੰ ਇੱਕ ਦੂਜੇ ਨਾਲ ਜੋੜ ਰਹੇ ਨੇ। ਕੇਵਲ ਆਪਣੇ ਨਾਲ ਨਹੀਂ ਜੋੜ ਰਹੇ, ਇੱਕ ਦੂਜੇ ਨਾਲ ਨਹੀਂ ਜੋੜ ਰਹੇ, ਸ਼ਬਦ ਗੁਰੂ ਨਾਲ ਵੀ ਜੋੜ ਰਹੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਨੇ, ਇਤਿਹਾਸ ਨਾਲ ਜੋੜ ਰਹੇ ਨੇ ਔਰ ਹੋਰ ਜਿਹੜੀਆਂ ਘਟਨਾਵਾਂ ਨੇ ਔਰ ਜਿੱਥੋਂ ਤੱਕ ਦੇਸ਼ਾਂ ਔਰ ਵਿਦੇਸ਼ਾਂ 'ਚ ਬੈਠੇ ਗੁਰਸਿੱਖ ਪਰਸਨੈਲਿਟੀਜ਼ ਜਿਹੜੀਆਂ ਨੇ ਉਹਨਾਂ ਨਾਲ ਜੋੜ ਰਹੇ ਨੇ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ, ਕਿਉਂਕਿ ਅੱਜ ਹਰ ਨੌਜਵਾਨ ਮੇਰਾ ਵੀਰ ਮੇਰਾ ਭੈਣ ਉਹ ਅੱਜ ਇੰਟਰਨੈਟ ਦੇ ਨਾਲ ਜੁੜਿਆ ਹੋਇਆ ਔਰ ਇਸ ਟੈਕਨੋਲੋਜੀ ਦਾ ਬੈਨੀਫਿਟ ਲੈ ਰਿਹਾ। ਆਓ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਪੂਰੇ ਸੰਸਾਰ ਦੇ ਅੰਦਰ ਜਿੱਥੇ ਅੱਜ ਗਲੋਬਲ ਵਿਲੇਜ ਦੇ ਤੌਰ ਤੇ ਤਬਦੀਲ ਹੋ ਚੁੱਕਾ ਹੈ, ਅੱਜ ਗੁਰਮਤ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਵਿੱਚ ਆਪਣੇ ਵੀਰਾਂ ਭੈਣਾਂ ਦੀਆਂ ਇਨਫੋਰਮੇਸ਼ਨ ਨੂੰ ਜੋੜੀਏ, ਇੱਕ ਦੂਜੇ ਦੇ ਨੇੜੇ ਆਈਏ ਤਾਂ ਕਿ ਅੱਜ ਇਹ ਲੱਗੇ ਕਿ ਗੁਰੂ ਨਾਨਕ ਦਾ ਇਹ ਸੰਸਾਰ ਖਿਲਿਆ ਹੋਇਆ ਸੰਸਾਰ ਹੈ। ਇਸ ਐਪੀਸੋਡ ਨੂੰ ਜਾਰੀ ਰੱਖਦਿਆਂ ਹੋਇਆਂ ਹੁਣ ਮੈਂ ਬੇਨਤੀ ਕਰ ਰਿਹਾ ਹਾਂ ਸਰਦਾਰਨੀ ਕਵਲਜੀਤ ਕੌਰ ਜੀ, ਜਿਹੜੇ ਕਿ ਸਾਡੇ ਅਗਲੇ ਪ੍ਰਤੀਯੋਗੀ ਨੇ, ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰ ਰਿਹਾ ਕਿ ਉਹ ਇੱਥੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰਨੀ ਕਵਲਜੀਤ ਕੌਰ ਜੀ, ਆਪ ਹੌਟ ਸੀਟ ਤੇ ਬੈਠਣ ਦੀ ਕਿਰਪਾਲਤਾ ਕਰੋ। ਕਵਲਜੀਤ ਕੌਰ ਜੀ, ਤੁਹਾਨੂੰ ਅਸੀਂ ਹੌਟ ਸੀਟ ਤੇ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਲਜੀਤ ਕੌਰ ਜੀ, ਤੁਸੀਂ ਆਪਣੇ ਆਪ ਨੂੰ ਕਿਹਦਾ ਮਹਿਸੂਸ ਕਰ ਰਹੇ ਹੋ ਇਸ ਹੌਟ ਸੀਟ ਦੇ ਉੱਤੇ? ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ, ਜੋ ਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਇਸ ਸੀਟ ਤੇ ਮੈਂ ਕਦੀ ਆਵਾਂਗੀ, ਬਟ ਮੈਂ ਬਹੁਤ ਆਪਣੇ ਆਪ ਨੂੰ ਪ੍ਰਾਊਡ। ਲੇਕਿਨ ਤੁਸੀਂ ਕੋਸ਼ਿਸ਼ ਕੀਤੀ ਇੱਥੇ ਆਉਣ ਵਾਸਤੇ, ਫਿਰ ਕੁਝ ਸੋਚਿਆ ਸੀ ਤੇ ਕੋਸ਼ਿਸ਼ ਕੀਤੀ ਨਾ। ਹਾਂਜੀ, ਠੀਕ ਹੈ ਨਾ। ਹਾਂਜੀ। ਸੋ ਤੁਹਾਨੂੰ ਬਹੁਤ ਅਸੀਂ ਮੁਬਾਰਕ ਦਿੰਦੇ ਹਾਂ ਇੱਥੇ ਪਹੁੰਚਣ ਦੀ।
ਕਿਉਂਕਿ ਇਸ ਹੌਟ ਸੀਟ ਤੇ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਹੈ। ਹਾਂਜੀ ਬਕਾਇਦਾ ਇਮਤਿਹਾਨ ਪਾਸ ਕਰਕੇ ਹਾਂਜੀ। ਬੰਦੇ ਇੱਥੇ ਤੱਕ ਪਹੁੰਚਦੇ ਨੇ। ਹਾਂਜੀ। ਆਓ ਬਣੀਏ ਗੁਰਸਿੱਖ ਪਿਆਰਾ ਕੰਪੀਟੀਸ਼ਨ ਨੂੰ ਤੁਸੀਂ ਪਹਿਲਾਂ ਦੇਖਿਆ ਕਦੀ ਟੈਲੀਵਿਜ਼ਨ ਦੇ ਉੱਤੇ, ਜਾਂ ਤੁਸੀਂ ਵੈਸੇ ਤੁਹਾਨੂੰ ਸ਼ੌਕ ਪੈਦਾ ਹੋਇਆ? ਨਹੀਂ ਸਰ, ਹਰ ਸੰਡੇ ਦੇਖਦੀ ਹਾਂ। ਹਰ ਸੰਡੇ ਦੇਖਦੇ ਹੋ? ਹਾਂਜੀ। ਤੋ ਇਸ ਪ੍ਰੋਗਰਾਮ ਨੂੰ, ਇਸ ਕੁਇਜ਼ ਕੰਪੀਟੀਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਥੇ ਤੁਹਾਨੂੰ ਰੂਲ ਬੜੇ ਬਰੀਫ ਹੀ ਦੱਸਣਾ ਚਾਹੁੰਦਾ ਵਾਂ ਹਾਂਜੀ। ਕਿ ਇਹਦੇ ਵਿਚਕਾਰ 13 ਪ੍ਰਸ਼ਨ ਨੇ। 13 ਪ੍ਰਸ਼ਨ 3 ਹਿੱਸਿਆਂ 'ਚ ਵੰਡੇ ਹੋਏ ਨੇ। ਪਹਿਲੇ ਲੈਵਲ 'ਚ 5, ਦੂਜੇ ਲੈਵਲ 'ਚ 5, ਤੀਜੇ ਲੈਵਲ 'ਚ 3, ਔਰ ਇਹਦੀਆਂ 3 ਲਾਈਫ ਲਾਈਨ ਨੇ। ਪਹਿਲੀ ਲਾਈਫ ਲਾਈਨ ਹੈਗੀ ਹੈ ਐਕਸਪਰਟ ਐਡਵਾਈਸ, ਦੂਜੀ ਹੈ ਫਲਿਪ। ਐਕਸਪਰਟ ਐਡਵਾਈਸ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ, ਤੁਹਾਨੂੰ ਉੱਤਰ ਦੱਸਿਆ ਜਾਏਗਾ, ਔਰ ਫਲਿਪ ਵਿੱਚ ਸਵਾਲ ਬਦਲ ਜਾਏਗਾ, ਔਰ ਤੀਸਰੀ ਹੈ 50-50, ਯਾਨੀ ਕਿ ਉਹਦੇ ਵਿੱਚੋਂ ਦੋ ਜਿਹੜੀਆਂ ਜਿਹੜੇ ਸਵਾਲ ਦੇ ਉੱਤਰ ਨੇ ਉਹਨਾਂ ਨੂੰ ਹਟਾ ਦਿੱਤਾ ਜਾਏਗਾ ਔਰ ਬਾਕੀ ਦੇ ਰਹਿ ਜਾਣਗੇ। ਲੇਕਿਨ ਇਹਦੇ ਵਿੱਚੋਂ ਕੇਵਲ ਤਾਂ ਕੇਵਲ ਤੁਸੀਂ 2 ਹੀ ਲਾਈਫ ਲਾਈਨ ਨੂੰ ਇਸਤੇਮਾਲ ਕਰ ਸਕਦੇ ਹੋ, ਤਿੰਨਾਂ ਵਿੱਚੋਂ 2। ਸੋ ਇਸ ਜੇ ਆਪ ਜੀ ਦੀ ਆਗਿਆ ਹੋਵੇ, ਆਪਾਂ ਕੰਪਿਊਟਰ ਜੀ ਨੂੰ ਬੇਨਤੀ ਕਰੀਏ ਕਿ ਅੱਜ ਦੇ ਕੰਪੀਟੀਸ਼ਨ ਸ਼ੁਰੂ ਕਰੀਏ। ਹਾਂਜੀ ਜ਼ਰੂਰ ਜੀ। ਸੋ ਕੰਪਿਊਟਰ ਜੀ ਕਮਲਜੀਤ ਕੌਰ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਪਹਿਲਾ ਪ੍ਰਸ਼ਨ ਇਸ ਕੰਪੀਟੀਸ਼ਨ ਦਾ ਦਿੱਤਾ ਜਾਵੇ। ਵਿਚ ਬੁੱਕ ਅਮੰਗ ਫੋਲੋਇੰਗ ਡਿਸਕ੍ਰਾਈਬਸ ਦ ਸਿੱਖ ਕੋਡ ਆਫ ਕੰਡਕਟ, ਯਾਨੀ ਸਿੱਖ ਕੋਡ ਆਫ ਕੰਡਕਟ ਜਿਹਨੂੰ ਸਿੱਖ ਰਹਿਤ ਮਰਿਆਦਾ ਕਹਿੰਦੇ ਨੇ। ਇਹ ਜਿਹੜੀਆਂ ਹੇਠਲੀਆਂ ਤੁਹਾਨੂੰ ਆਪਸ਼ਨਸ ਆ ਰਹੀਆਂ ਨੇ, ਉਹਨਾਂ ਵਿੱਚੋਂ ਕਿਹੜੀ ਆਪਸ਼ਨ ਜਿਹੜੀ ਠੀਕ ਹੈ? ਆਪਸ਼ਨਸ ਨੇ A ਸਿੱਖ ਰਹਿਤ ਮਰਿਆਦਾ, B ਸਿੱਖ ਮਰਿਆਦਾ, C ਸਿੱਖ ਚਰਿੱਤਰ, D ਗੁਰਮਰਿਆਦਾ। So it's A ਸਿੱਖ ਰਹਿਤ ਮਰਿਆਦਾ। A ਸਿੱਖ ਰਹਿਤ ਮਰਿਆਦਾ ਲੌਕ ਕਰਤਾ ਜਾਵੇ? ਹਾਂਜੀ ਸਰ। ਸ਼ੋਰ? ਹਾਂਜੀ। ਸੋਚਣ ਦੀ ਲੋੜ ਨਹੀਂ? ਨਹੀਂ। ਸ਼ੋਰ। ਕੰਪਿਊਟਰ ਜੀ ਕਮਲਜੀਤ ਕੌਰ ਜੀ ਕਹਿੰਦੇ ਨੇ ਜਿਹੜੀ ਆਪਸ਼ਨ A ਹੈ, ਯਾਨੀ A ਨੂੰ ਲੌਕ ਕੀਤਾ ਜਾਵੇ। ਇਜ਼ ਦ ਰਾਈਟ ਆਂਸਰ। ਮੁਬਾਰਕ, ਬਹੁਤ ਅੱਛਾ ਖੇਲਣਾ ਸ਼ੁਰੂ ਕੀਤਾ, ਔਰ ਉਮੀਦ ਹੈ ਇਸ ਤਰ੍ਹਾਂ ਹੀ ਤੁਸੀਂ ਖੇਲਦੇ ਰਹੋਗੇ ਔਰ ਅੱਗੇ। ਇਹ ਖੇਡ ਗੁਰਮਤ ਦੇ ਨਾਲ ਜੁੜਨ ਦਾ ਖੇਡ ਹੈ, ਇਹ ਆਮ ਖੇਡਾਂ ਵਰਗਾ ਖੇਡ ਨਹੀਂ ਹੈ। ਇਹਦੇ ਗਿਆਨ ਦਾ ਸਰੋਤ ਹੈ, ਗਿਆਨ ਦਾ ਸਰੋਵਰ ਹੈ ਜਿੱਦੇ ਤੁਸੀਂ ਇਹਦੇ ਚੋਂ ਲੈ ਰਹੇ ਹੋ। ਖੇਡ ਸ਼ਬਦ ਇਸ ਕਰਕੇ ਹੈ ਕਿ ਇਸ ਦੀ ਜਿਹੜੀ ਚਾਹਤ ਹੈ ਉਹ ਬੜੀ ਰਵੇ। ਹਾਂਜੀ। ਸੋ ਕੰਪਿਊਟਰ ਜੀ ਕਵਲਜੀਤ ਕੌਰ ਜੀ ਨੂੰ ਅਗਲਾ ਪ੍ਰਸ਼ਨ ਦਿੱਤਾ ਜਾਵੇ। ਹਾਊ ਮੈਨੀ ਸਟ੍ਰੇਂਜਰਸ ਛੱਕਾ ਆਰ देयर ਇਨ ਆਸਾਈ ਦੀ ਵਾਰ? ਆਸਾਈ ਦੀ ਵਾਰ ਦੇ ਵਿੱਚ ਕਿਤਨੇ ਛੱਕੇ ਹਨ? ਤੁਹਾਡੀਆਂ ਆਪਸ਼ਨਸ ਨੇ A 21 21, B 22, C 23, D 24, ਯਾਨੀ 21 22 23 24 4 ਆਪਸ਼ਨ ਨੇ। It's D 24। D 24 ਹਾਂਜੀ। ਲੌਕ ਕਰਤਾ ਜਾਵੇ? ਹਾਂਜੀ ਸਰ। ਸ਼ੋਰ? ਹਾਂਜੀ ਸਰ। ਸਮਾਂ ਹੈ? ਨਹੀਂ ਸਰ, ਲੌਕ ਕਰ ਦਿੱਤਾ ਜਾਏ। ਕੰਪਿਊਟਰ ਜੀ ਕਵਲਜੀਤ ਕੌਰ ਜੀ ਕਹਿੰਦੇ ਨੇ ਆਪਸ਼ਨ ਡੀ ਨੂੰ ਲੌਕ ਕੀਤਾ ਜਾਵੇ। ਇਜ਼ ਰਾਈਟ ਆਂਸਰ। ਥੈਂਕ ਯੂ ਸਰ। ਬਹੁਤ ਵਧੀਆ, ਬਹੁਤ ਵਧੀਆ, ਬੜੀ ਜਾਣਕਾਰੀ ਰੱਖਦੇ ਹੋ, ਔਰ ਅੱਛੀ ਗੱਲ ਹੈ ਕਿ ਨੌਜਵਾਨ ਬੱਚੇ ਜਦੋਂ ਨੇ ਗੁਰਮਤ ਨਾਲ ਇਦਾਂ ਜੁੜ ਕੇ ਔਰ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਨੇ, ਤੇ ਸਾਡੀ ਟੀਮ ਦਾ ਔਰ ਸਾਡਾ ਵੀ ਬੜਾ ਹੌਸਲਾ ਬੁਲੰਦ ਹੁੰਦਾ ਹੈ ਕਿ ਅਸੀਂ ਸੋਚਦੇ ਹਾਂ ਕਿ ਬਈ ਜਿਸ ਕਾਰਨ ਨਾਲ ਪ੍ਰੋਗਰਾਮ ਆਰੰਭੇ ਗਏ ਨੇ ਉਹ ਸਤਿਗੁਰਾਂ ਦੀ ਕਿਰਪਾ ਨਾਲ ਕਾਫੀ ਅੱਗੇ ਵੱਧ ਰਹੇ ਨੇ, ਸਫਲਤਾ ਮਿਲ ਰਹੀ ਹੈ। ਤਾਂ ਬਹੁਤ ਬਹੁਤ ਮੁਬਾਰਕ। ਸੋ ਮੈਂ ਬੇਨਤੀ ਕਰ ਰਿਹਾ ਕਿ ਕਵਲਜੀਤ ਕੌਰ ਜੀ ਨੂੰ ਅਗਲਾ ਪ੍ਰਸ਼ਨ ਦਿੱਤਾ ਜਾਵੇ। तो व्हाट इज रामदास सरोवर इन गुरबाणी? ਤੁਹਾਡੀਆਂ ਆਪਸ਼ਨਸ ਨੇ ਸਰੋਵਰ ਐਟ ਦਰਬਾਰ ਸਾਹਿਬ, ਸਰੋਵਰ ਐਟ ਅਨੰਦਪੁਰ ਸਾਹਿਬ, ਗੁਰੂ ਟੀਚਿੰਗ, ਟੈਂਕ ਡਗ ਬਾਈ ਗੁਰੂ ਰਾਮ। ਸਰ ਇਟਸ A ਸਰੋਵਰ ਐਟ ਦਰ। ਕਿ ਸਾਨੂੰ ਆਪਸ਼ਨ A ਨਾਲ ਜਾਣਾ ਚਾਹੀਦਾ ਹੈ। ਹਾਂਜੀ। ਸੋ ਕੰਪਿਊਟਰ ਜੀ ਕਵਲਜੀਤ ਕੌਰ ਜੀ ਕਹਿੰਦੇ ਨੇ ਇਹ ਆਪਸ਼ਨ ਨੂੰ ਲੌਕ ਕੀਤਾ ਜਾਵੇ। ਇਟਸ ਰੋਂਗ ਆਨਸਰ। ਕਵਲਜੀਤ ਕੌਰ ਜੀ ਤੁਹਾਡੇ ਕੋਲ ਲਾਈਫ ਲਾਈਨ ਪਈਆਂ ਸਨ, ਤੁਸੀਂ ਲੈ ਸਕਦੇ ਸੋ। ਮੈਂ ਤੁਹਾਨੂੰ ਕਹਿ ਰਿਹਾ ਸਰ ਸਮਾਂ ਦੌੜ ਰਿਹਾ ਹੈ, ਲੇਕਿਨ ਤੁਸੀਂ ਉਸ ਗੱਲ ਵੱਲ ਨਹੀਂ ਧਿਆਨ ਦਿੱਤਾ ਔਰ ਤੁਸੀਂ ਦਰਬਾਰ ਸਾਹਿਬ ਦੇ ਸਰੋਵਰ ਦੀ ਗੱਲ ਕੀਤੀ ਹੈ। ਠੀਕ ਹੈ, ਦਰਬਾਰ ਸਾਹਿਬ ਦਾ ਸਰੋਵਰ ਸਨਮਾਨਯੋਗ ਹੈ, ਲੇਕਿਨ ਗੁਰੂ ਦੀਆਂ ਟੀਚਿੰਗ, ਗੁਰੂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਗੁਰਬਾਣੀ ਦੇ ਸਿਧਾਂਤ ਅਨੁਸਾਰ ਰਾਮਦਾਸ ਸਰੋਵਰ ਜਿਹੜਾ ਹੈ ਉਹਦੇ ਨਾਲ ਸੰਬੋਧਨ ਰੱਖਦਾ ਹੈ। ਔਰ ਤੁਸੀਂ ਲੈਵਲ 1 ਦੇ ਤੀਸਰੇ ਪ੍ਰਸ਼ਨ ਦੇ ਉੱਤੇ ਆ ਕੇ ਇਸ ਜੋ ਹੈ ਕੰਪੀਟੀਸ਼ਨ ਵਿੱਚ ਅੱਗੇ ਨਹੀਂ ਜਾ ਸਕੋਗੇ। ਮੈਂ ਬੇਨਤੀ ਕਰਾਂਗਾ ਸਰਦਾਰ ਤਰਨਪ੍ਰੀਤ ਸਿੰਘ ਜੀ
ਜਿਹੜੇ ਕਿ ਗੁਰ ਗਿਆਨ ਅਵੇਅਰਨੈਸ ਟੀਮ ਦੇ ਨਾਲ ਜੁੜੇ ਨੇ, ਗੁਰਮਤਿ ਦੀ ਸੇਵਾ ਕਰ ਰਹੇ ਨੇ, ਉਹ ਕਵਲਜੀਤ ਕੌਰ ਜੀ ਨੂੰ ਗਿਫਟ ਹੈਂਪਰ ਭੇਟ ਕਰਨਗੇ। ਆਓ ਬਣੀਏ ਗੁਰਸਿੱਖ ਪਿਆਰਾ। ਇਸ ਕੰਪੀਟੀਸ਼ਨ 'ਚ ਤੁਸੀਂ ਦੇਖਿਆ ਕਵਲਜੀਤ ਕੌਰ ਜੀ ਇਸ ਕੰਪੀਟੀਸ਼ਨ ਵਿੱਚ ਇੱਕ ਕੰਪੀਟੀਸ਼ਨ ਪਾਸ ਕਰਕੇ ਇੱਥੇ ਤੱਕ ਪੁੱਜੇ ਸਨ, ਲੇਕਿਨ ਸਵਾਲਾਂ ਦੇ ਜਵਾਬ ਨਾ ਦੇਣ ਕੇ ਕਾਰਨ ਉਹ ਇਸ ਕੰਪੀਟੀਸ਼ਨ ਤੋਂ ਬਾਹਰ ਹੋ ਗਏ। ਇਸ ਕੰਪੀਟੀਸ਼ਨ ਨੂੰ ਸਫਲਤਾ ਕੇਵਲ ਤੁਹਾਡੀਆਂ ਅਸੀਸਾਂ ਸਦਕਾ ਔਰ ਜਿਹੜੇ ਸਾਡੇ ਆਉਣ ਵਾਲੇ ਪ੍ਰਤੀਯੋਗੀ ਨੇ ਉਹਨਾਂ ਦੀ ਮਿਹਨਤ 'ਤੇ ਨਿਰਭਰ ਕਰਦਾ ਹੈ। ਸੋ ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿੱਚ ਆਪ ਜੀ ਕੋਲ ਅਸੀਂ ਵਧਾਈਗੀ ਲੈਂਦੇ ਹੋਏ ਬੇਨਤੀ ਕਰਾਂਗੇ ਕਿ ਆਪਣੇ ਸੁਝਾਵਾਂ ਦੇ ਨਾਲ ਫੇਸਬੁੱਕ ਦੇ ਉੱਤੇ ਸਾਡੇ ਨਾਲ ਸੰਪਰਕ ਕਰੋ। ਤੁਹਾਡੇ ਸੁਝਾਵਾਂ ਤੋਂ ਬਗੈਰ ਅਸੀਂ ਅਧੂਰੇ ਹਾਂ, ਸਾਡੀ ਟੀਮ ਅਧੂਰੀ ਹੈ। ਆਓ ਬਣੀਏ ਗੁਰਸਿੱਖ ਪਿਆਰਾ ਦੀ ਸਫਲਤਾ ਕੇਵਲ ਤੁਹਾਡੇ ਸੁਝਾਵਾਂ 'ਤੇ ਨਿਰਭਰ ਕਰਦੀ ਹੈ। ਫੇਸਬੁੱਕ 'ਤੇ ਸੰਪਰਕ ਕਰੋ ਔਰ ਆਓ ਬਣੀਏ ਗੁਰਸਿੱਖ ਪਿਆਰਾ ਦੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.